ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏ ਹੋ ਨਾਨਕ ਚਾਹੋ ਏ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਵਾਹ ਵਾਹ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੋਰਠ ਰਾਗ ਦੇ ਅੰਦਰ ਅੱਜ ਜੋ ਪਾਵਨ ਹੁਕਮਨਾਮੇ ਸਾਹਿਬ ਦੀ ਕਥਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਬਿਨਾਂ ਸਤਿਗੁਰੂ ਜੀ ਦੀ ਸੇਵਾ ਕੀਤੇ ਬਿਨਾ ਬਹੁਤਾ ਹੀ ਦੁੱਖ ਲੱਗਦਾ ਹੈ। ਜੁਗ ਚਾਰੇ ਭਰਮਾਈ, ਚਾਰੇ ਜੁਗਾਂ ਦੇ ਵਿੱਚ ਉਹ ਇਨਸਾਨ ਮਨੁੱਖ ਭਟਕਦਾ ਫਿਰਦਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਿਸੇ ਵੀ ਜੂਨੀ ਵਿੱਚ ਪਾ ਦੇਣ ਉਹਦੇ ਵਿੱਚ ਵੀ ਭਟਕਣਾ ਹੈ।
हम दीन तुम जुग जुग दाते, शब्दे दे बुझाई। हम दीन अपने आप ਨੂੰ ਦੀਨ ਕਹਾਉਂਦੇ ਹਨ ਸਤਿਗੁਰ। ਪਰਮਾਤਮਾ ਬਾਰੇ ਸੰਬੋਧਨ ਕਰਦੇ ਹਨ, ਤੁਮ ਜੁਗ ਜੁਗ ਦਾਤੇ। ਤੁਸੀਂ ਯੁਗਾਂ ਦੇ ਦਾਤੇ ਹੋ, ਹਰ ਯੁਗ ਦੇ ਅੰਦਰ ਦਾਤਾਂ ਵੰਡਣ ਵਾਲੇ ਹੋ। ਸ਼ਬਦੇ ਦੇ ਬੁਝਾਈ, ਸ਼ਬਦ ਦੇ ਵਿਚਾਰ ਦੇ ਨਾਲ ਇਹ ਗੱਲ ਬੁਝਾ ਲਿੱਤੀ ਹੈ। ਸ਼ਬਦ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਚੰਗੀ ਤਰ੍ਹਾਂ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਇਹ ਹਰੀ ਜੀ ਆਪਣੀ ਕਿਰਪਾ ਕਰੋ, ਆਪਣੀ ਮਿਹਰ ਕਰੋ ਤੁਮ ਪਿਆਰੇ। ਸਤਿਗੁਰ ਦਾਤਾ, ਸਤਿਗੁਰ ਦਾਤਾ ਹੈ, ਮੇਲ ਮਿਲਾਵੋ। ਆਪਣੇ ਨਾਲ ਸਾਨੂੰ ਮਿਲਾ ਲਓ। ਹਰ ਨਾਮ ਦੇਵੋ ਆਧਾਰੇ। ਹਰੀ ਦਾ ਨਾਮ ਸਾਡੇ ਜੀਵਨ ਦਾ ਆਧਾਰ ਬਣਾ ਦਿਓ, ਸਾਡੀ ਖੁਰਾਕ ਬਣਾ ਦਿਓ। ਰਹਾਓ ਇੱਥੇ ਵਿਸ਼ਰਾਮ ਹੈ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਮਨਸਾ ਜੋ ਮਨ ਦੀ ਕਾਮਨਾ ਹੈ, ਉਹਨਾਂ ਨੂੰ ਮਾਰ ਦੋ। ਦੁਬਿਧਾ ਸਹਿਜ ਸਮਾਣੀ। ਦੁਬਿਧਾ ਔਰ ਮਨਸਾ ਮਰ ਜਾਣਗੀਆਂ ਤੇ ਸਹਿਜ ਹੀ ਪਰਮੇਸ਼ਰ ਦਾ ਨਾਮ ਵਸਣਾ ਸ਼ੁਰੂ ਹੋ ਜਾਏਗਾ। ਪਾਇਆ ਨਾਮ ਅਪਾਰਾ। ਨਾਮ ਜਿਹੜਾ ਹੈ ਉਹਨੂੰ ਪਾ ਲਿੱਤਾ ਜਾਏਗਾ, ਜੋ ਪਰਮੇਸ਼ਰ ਦਾ ਅਪਾਰ ਨਾਮ ਹੈ। ਹਰ ਰਸ ਚਾਖ ਮਨ ਨਿਰਮਲ ਹੋਆ। ਹਰੀ ਦਾ ਰਸ ਚਾਖ ਕੇ ਮਨ ਨਿਰਮਲ ਹੋ ਗਿਆ, ਸ਼ਾਂਤ ਹੋ ਗਿਆ। ਕਿਲ ਵਿਖ ਕਾਟਨ ਹਾਰਾ। ਕਿਲ ਵਿਖ ਮਨ ਦੇ ਜਿਹੜੇ ਦੁੱਖ ਹਨ ਸਨ, ਉਹ ਸਾਰੇ ਦੂਰ ਹੋਣੇ ਸ਼ੁਰੂ ਹੋ ਗਏ ਹਨ। ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਦੇ ਅੰਦਰ ਆਪਣੀ ਆਤਮਾ ਦੀ ਇੱਕ ਪ੍ਰਕਾਰ ਦੀ ਮੌਤ ਹੋ ਜਾਂਦੀ ਹੈ। ਫਿਰ ਜੀਵੋ, ਫਿਰ ਨਵਾਂ ਜੀਵਨ ਮਿਲਦਾ ਹੈ, ਜੋ ਸਿਰਫ ਪ੍ਰਭੂ ਪਰਮਾਤਮਾ ਵਾਸਤੇ ਹੁੰਦਾ ਹੈ। ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਇਹ ਫਾਇਦਾ ਹੋਏਗਾ, ਫਿਰ ਸ਼ਬਦ ਦੇ ਵਿੱਚ ਰਲ ਕੇ ਫਿਰ ਕਦੀ ਮਰਨਾ ਹੋਣਾ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਜੀਵਨ ਦਾ ਇਹ ਲਾਭ ਨੇ। ਫਿਰ ਤਾਂ ਮਰਨਾ ਜੀਵਨਾ ਸਭ ਇੱਕ ਸਮਾਨ ਹੋ ਜਾਏਗਾ ਤੁਹਾਡਾ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਜਿਹੜਾ ਅੰਮ੍ਰਿਤ ਨਾਮ ਹੈ ਨਾ ਵਾਹਿਗੁਰੂ, ਇਹ ਸਦਾ ਹੀ ਮਿੱਠਾ ਲੱਗਦਾ ਹੈ। ਸ਼ਬਦੇ ਪਾਵੈ ਕੋਈ, ਕੋਈ ਕੋਈ ਪਾਉਂਦਾ ਹੈ ਸ਼ਬਦ ਦਾ ਰਸ। ਦਾਤਾ ਦਾਤ ਰੱਖੀ ਹੱਥ ਆਪਣੇ, ਕਿਉਂਕਿ ਦਾਤੇ ਨੇ ਇਹ ਦਾਤ ਆਪਣੇ ਹੱਥ ਰੱਖ ਲਈ ਹੈ। ਜਿਸ ਭਾਵੈ ਤਿਸ ਦੇਈ। ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੈ, ਜਿਹੜਾ ਸਤਿਗੁਰੂ ਜੀ ਨੂੰ ਭਾ ਜਾਵੇ, ਉਸ ਨੂੰ ਹੀ ਦਿੰਦਾ ਹੈ ਸ਼ਬਦ ਦੀ ਦਾਤ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸਈ। ਨਾਨਕ ਜੀ ਨਾਮ ਦੇ ਵਿੱਚ ਰਤੇ ਗਏ ਹਨ, ਉਹਨਾਂ ਨੇ ਸੁਖ ਪਾਇਆ ਹੈ ਜੀਵਨ ਵਿੱਚ। ਦਰਗਾਹ ਜਾਪੈ ਸਈ। ਦਰਗਾਹ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਉਹਨਾਂ ਦਾ ਮਾਨ ਸਤਿਕਾਰ ਉੱਤੇ ਸਾਰੇ ਉਹਨਾਂ ਦੀ ਪਹਿਚਾਨ ਹੈ, ਨਾਮ ਦੀ ਹੀ ਪਛਾਣ ਹੈ ਭਾਈ। ਆਓ ਅੱਜ ਦੇ ਪਾਵਨ ਵਿਚਾਰ ਦੀ ਕਥਾ ਲਿੱਤੀ ਜਾਵੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਨਾ ਇੱਕ ਵਾਰੀ ਇੱਕ ਪਿੰਡ ਤੋਂ ਬਾਲਾ ਤੇ ਮਰਦਾਨਾ ਗੁਜ਼ਰ ਰਹੇ ਸੀ। ਉਹ ਪਿੰਡ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਉੱਧਰ ਇੱਕ ਨਾ ਜੋਗੀ ਸੀ। ਜੋਗੀ ਉਹ
ਬੜਾ ਹੀ ਹੰਕਾਰੀ ਸੀ। ਉਹਨੂੰ ਆਪਣੇ ਤਪ ਦਾ ਮਾਣ ਸੀਗਾ, ਤਪ ਦਾ ਮਾਣ ਸੀ। ਹੁਣ ਕੀ ਬਣਿਆ, ਉੱਥੇ ਉਹਨੇ ਇੱਕ ਖੱਤਰੀ ਦੇ ਘਰ ਔਲਾਦ ਨਹੀਂ ਸੀ। ਉਹ ਇਸ ਜੋਗੀ ਦੇ ਕੋਲ ਆਇਆ ਹੈ। ਉਹਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਕਿ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੋ। ਹੁਣ ਜੋਗੀ ਉਹਨੂੰ ਪੁੱਤਰ ਦੀ ਵਰ ਦੇਤਾ ਕਿਸੇ ਵੀ ਤਰ੍ਹਾਂ। ਉਹਨੇ ਰਿੱਧੀ ਸਿੱਧੀ ਨਾਲ ਜਦੋਂ ਪੁੱਤਰ ਹੋਇਆ ਹੈ, ਜੋਗੀ ਨੇ ਇੱਕ ਸ਼ਰਤ ਪਾਤੀ ਕਿ ਭਾਈ ਇਹ ਪੁੱਤਰ ਜਿਹੜਾ ਪਹਿਲਾ ਪੁੱਤਰ ਹੈ ਨਾ, ਇਹ ਤੂੰ ਸਾਨੂੰ ਦਾਨ ਕਰ ਦੇਣਾ ਹੈ, ਇਹ ਸਾਡਾ ਚੇਲਾ ਬਣੇਗਾ, ਇਹ ਸ਼ਰਤ ਹੈ। ਜੇ ਕਬੂਲ ਕਰਦਾ ਹੈ ਤੇ ਫਿਰ ਖੱਤਰੀ ਨੇ ਨਾਲੋਂ ਕੁਛ ਵੀ ਚੰਗਾ ਸਮਝ ਕੇ ਕਬੂਲ ਕਰ ਲਈ ਗੱਲ। ਹੁਣ ਜਦੋਂ ਪੁੱਤਰ ਹੋਇਆ ਤੇ ਪੁੱਤਰ ਮੋਹ ਵਿੱਚ ਉਹ ਖੱਤਰੀ ਹੁਣ ਪੁੱਤਰ ਦਿੰਦਾ ਨਹੀਂ, ਪੁੱਤਰ ਨੂੰ ਘਰ ਹੀ ਪਾਲਦਾ ਹੈ। ਜੋਗੀ ਨੂੰ ਬੜਾ ਗੁੱਸਾ ਚੜ੍ਹਿਆ। ਜੋਗੀ ਨੇ ਮਨ ਵਿੱਚ ਧਾਰ ਲਿਆ, ਹੈ ਦਰਗਾਹੀ ਵਸਤੂ, ਜਪ ਤਪ ਸੰਜਮ ਇਹ ਦਰਗਾਹੀ ਹੈ, ਦਰਗਾਹੀ ਸ਼ਕਤੀਆਂ ਹਨ, ਪਰ ਉਹਦਾ ਉਪਯੋਗ ਕਿੱਦਾਂ ਕਰਨਾ ਹੈ ਇਹ ਗੱਲ ਹੈ। ਜੇ ਤੇ ਉਹ ਤੁਸੀਂ ਕਿਸੇ ਨੂੰ ਨਾਮ ਜਪਾਉਣ ਵਾਸਤੇ ਯੂਜ਼ ਕਰ ਰਹੇ ਹੋ ਤੇ ਫਿਰ ਚੰਗੀ ਗੱਲ ਹੈ, ਪੁੰਨ ਦਾਨ ਕਰ ਰਹੇ ਹੋ, ਚੰਗਾ ਹੈ। ਪਰ ਜੇ ਕਿਸੇ ਦਾ ਨੁਕਸਾਨ ਕਰਨਾ ਚਾਹੁੰਦੇ ਹੋ ਤੇ ਸਮਝ ਲਓ ਐਸੀ ਰਿੱਧੀਆਂ ਸਿੱਧੀਆਂ ਆਉਣ ਦਾ ਕੋਈ ਫਾਇਦਾ ਨਹੀਂ, ਉਲਟ ਸਗੋਂ ਤੁਹਾਨੂੰ ਨਰਕਾਂ ਵਿੱਚ ਲੈ ਜਾਏਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਤੁਹਾਡੇ ਮਨ ਕਿਸੇ ਦਾ ਬੁਰਾ ਛੁਪਿਆ। ਜੋਗੀ ਨੂੰ ਆਪਣੇ ਹੰਕਾਰ ਸੀ। ਸਿਆਲਕੋਟ ਪਿੰਡ ਦਾ ਨਾਮ ਸੀ ਪਾਕਿਸਤਾਨ, ਜੋ ਅੱਜ ਵੀ ਇਲਾਕਾ ਹੈ। ਉੱਥੇ ਉਹਨੇ ਇੱਕ ਮਕਬਰਾ ਜਿਹਾ ਬਣਾ ਲਿਆ ਹੈ। ਉਹਦੇ ਅੰਦਰ ਉਹ ਜਪ ਤਪ ਕਰਨ ਲੱਗ ਗਿਆ, ਚਲੀਆ ਜਿਹਨੂੰ ਕਹਿੰਦੇ ਚਲੀਆ। ਉਹਨੇ ਕੁਝ ਕਸਮਾਂ ਖਾ ਲੀਆਂ ਬੈਠੇ ਬੈਠੇ। ਕਹਿੰਦੇ ਇੱਕ ਤਾਂ 40 ਦਿਨ ਲਗਾਤਾਰ ਮੈਂ ਇਹਦੇ ਅੰਦਰ ਜਪ ਤਪ ਕਰਾਂਗਾ, ਲਗਾਤਾਰ ਇੱਦੀ ਸਿੱਧੀ। ਚੇਲਿਆਂ ਨੂੰ ਆਖਦਾ 40 ਚਾਵਲ ਦੇ ਦਾਣੇ ਰੱਖ ਲੈ ਕੋਲ, ਮਟਕਾ ਭਰ ਕੇ 40 ਦਿਨ ਦਾ ਪਾਣੀ ਰੱਖ ਲਿਆ, ਇੱਕ ਗਿਲਾਸ ਤੇ ਇੱਕ ਚਾਵਲ ਦਾ ਦਾਣਾ ਰੋਜ਼ਾਨਾ ਛਕਦਾ ਸੀ ਖਾਣਾ। ਬਸ ਇੱਕ ਚਾਵਲ ਦਾ ਦਾਣਾ ਖਾਣਾ ਤੇ ਨਾਲੇ ਪਾਣੀ ਦਾ ਗਿਲਾਸ ਪੀਣਾ, ਇਹ ਉਹਦੀ ਖੁਰਾਕ ਸੀ। ਤੀਜੀ ਸ਼ਰਤ ਸੀ ਕਿ ਕਿਸੇ ਬੰਦੇ ਦੇ ਮੱਥੇ ਨਹੀਂ ਲੱਗਣਾ, 40 ਦਿਨ ਅੰਦਰ ਹੀ ਰਹਿਣਾ ਹੈ, ਕਿਸੇ ਮਨੁੱਖ ਦੇ ਕਿਸੇ ਦੇ ਸੇਵਕ ਦੇ ਮੱਥੇ ਨਹੀਂ ਲੱਗਣਾ। ਚੌਥੀ ਸ਼ਰਤ ਸੀ ਕਿ ਸੂਰਜ ਦੇ ਵੀ ਮੱਥੇ ਨਹੀਂ ਲੱਗਣਾ, ਇਹ ਸੂਰਜ ਮੇਰੇ ਕੋਲ ਨਾ ਆਏ। ਮਕਬਰਾ ਐਸੇ ਤਰੀਕੇ ਨਾਲ ਬਣਾਇਆ ਗਿਆ ਸੀ, ਕੋਈ ਖਿੜਕੀ ਨਹੀਂ ਸੀ, ਬਿਲਕੁਲ ਬੰਦ ਖਰਬੂਜੇ ਵਰਗਾ ਬਣਾਤਾ ਤਾ, ਉਹਦੇ ਅੰਦਰ ਵੜਿਆ ਪਿਆ। ਤੇ ਭਾਵਨਾ ਕੀ ਹੈ, ਹੁਣ ਦੇਖੋ ਮਨਸ਼ਾ ਕੀ ਸੀ ਪਿੱਛੇ ਜਪ ਤਪ ਦੇ। ਸਿਆਲਕੋਟ ਦਾ ਨਾਸ਼ ਕਰ ਦਾਂਗਾ, ਨਾਸ਼ ਬੇੜਾ ਗਰਕ ਕਰ ਦਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਗਤੀ ਹੈਗੀ, ਪਰ ਦੇਖੋ ਬੁਰਾ ਕਿੰਨਾ ਸੋਚ ਰਿਹਾ ਹੈ। ਇੱਕ ਖੱਤਰੀ ਤੋਂ ਨਾਰਾਜ਼ ਹੋ ਕੇ ਸਾਰੇ ਨਗਰ ਨਾਲ ਬਦਲਾ ਲੈ ਰਿਹਾ। ਸਾਰੇ ਸਿਆਲਕੋਟ ਨੂੰ ਖਾਕ ਕਰਾਂਗਾ ਮੈਂ, ਮੇਰੀ ਕਸਮ ਹੈ। ਸਾਰੇ ਚੇਲੇ ਬਾਹਰ ਖੜੇ ਕਰਤੇ ਪਹਿਰੇ ਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਨਗਰ ਤੋਂ ਨਿਕਲੇ ਹਨ। ਦੂਰ ਬੇਰੀ ਹੈ, ਅੱਜ ਵੀ ਬੇਰੀ ਕੋਲ ਵਿਸ਼ਰਾਮ ਕੀਤਾ ਹੈ। ਹੁਣ ਸੁਨੇਹਾ ਭੇਜਿਆ ਹੈ ਜੋਗੀ ਵੱਲ, ਜੋਗੀ ਦੇ ਚੇਲਿਆਂ ਵੱਲ, ਕਿ ਕੋਈ ਸਾਧੂ ਆਪ ਜੀ ਨਾਲ ਮਿਲਣਾ ਚਾਹੁੰਦਾ ਹੈ। ਜੇ ਆਪ ਜੀ ਮਿਲਣ ਵਾਸਤੇ ਆਗਿਆ ਦੇਵੋ। ਚੇਲੇ ਪਹਿਰੇ ਤੇ ਸਨ। ਮਰਦਾਨਾ ਜੀ ਮੁੜ ਗਏ, ਚੇਲਿਆਂ ਨੇ ਇਨਕਾਰ ਕਰਤਾ। ਮੇਰੇ ਜਿਹੜੇ ਪੀਰ ਹਨ ਉਹਨਾਂ ਨੇ ਬਿਲਕੁਲ ਮਨਾ ਕੀਤਾ ਹੈ, ਬਾਹਰ ਆਉਣ ਤੋਂ ਬਿਲਕੁਲ ਨਹੀਂ ਮੱਥੇ ਲੱਗਣਗੇ ਕਿਸੇ ਦੇ, ਇਸ ਕਰਕੇ ਤੁਸੀਂ ਚਲੇ ਜਾਓ। ਮਰਦਾਨਾ ਜੀ ਮੁੜ ਗਏ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸੀ ਨਗਰ ਦਾ ਭਲਾ ਹੋਵੇ, ਇਹਦਾ ਵੀ ਭਲਾ ਹੋਵੇ ਜਿਹੜਾ ਇਹ ਕੰਮ ਕਰਨ ਲੱਗਿਆ ਹੈ।
ਹੁਣ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਉਸ ਮਕਬਰੇ ਦੇ ਕੋਲ ਆਏ, ਸੇਵਕਾਂ ਨਾਲ ਗੱਲਾਂ ਕੀਤੀਆਂ, ਬਾਹਰ ਪਹਿਰੇਦਾਰਾਂ ਨਾਲ, ਕਿ ਇੱਦਾਂ ਇੱਦਾਂ ਗੱਲ ਹੈ, ਇਹ ਗਲਤ ਕੰਮ ਹੋ ਰਿਹਾ ਹੈ, ਸਾਨੂੰ ਇਹਦੇ ਨਾਲ ਮਿਲਣਾ ਬਹੁਤ ਜ਼ਰੂਰੀ ਹੈ, ਮਿਲਵਾ ਦਿਓ। ਉਹ ਕਹਿੰਦੇ ਹੁਕਮ ਨਹੀਂ ਹੈ, ਨਹੀਂ ਮਿਲਾ ਸਕਦੇ, 40 ਦਿਨ ਤੋਂ ਬਾਅਦ ਮਿਲਾਂਗੇ। ਗੁਰੂ ਨਾਨਕ ਦੇਵ ਜੀ ਕਹਿੰਦੇ ਖੈਰ ਚਲੋ, ਮੁਰ ਮੇਰੀ ਬੇਰੀ ਤੇ ਆ ਗਏ ਹਨ। ਗੁਰੂ ਨਾਨਕ ਦੇਵ जी ने किया, मर्दाना साहब कीर्तन कलयुग में कीर्तन प्रधाना, कीर्तन छेड़िया जाए, रबाब चक्को। बाला जी भी नाल कीर्तन शुरू किया ना, जदों वो जड़ा मठ सी, मठ खरबूजे की न्याई, वो ऐदा खरबूजे कन विचों 2 पार्ट हो गया। आखो सतनाम श्री वाह, कीर्तन की आवाज़ इन्नी शक्ति। सूरज की किरण सीधा उस जोगी के मूँह ते पईयां, लश्कारे धुप। वो एकदम घबरा गया, उठ गया, कहते सूरज दे ते मैं मत्थे नहीं लगना सी, ये कितना हो गया। रोला पाया, चेले आए भज के कोल, कहते की गल, सारा सियालकोट नरक हो गया, सारा गर्क हो गया। वो कहते कुछ नहीं होया जी, सियालकोट उधर ही खड़ा है। जोगी कहता फिर यह की हो गया, कहते तुहाडा जिहड़ा मठ सी ना खरबूजे की न्याई फटिया पिया। को सतनाम श्री वाह, उसकी होमे टुटी। कहते ये किदां हो गया। कहते एक गुरु नानक पीर उस बेरी थले बैठा है, वो खुद चल के आए, चेले भी आए, सेवक भी आए, पर असी उन्होंने भजा, उन्होंने इनकार करता, कोई तुहाडे नाल मिलाप नहीं करन दिता, मेल नहीं कराया। तो हुण कित्थे आ, कहंदे वो सामने बैठे। जोगी अपने सेवकां नाल भजदा गया गुरु नानक साहब जी को, समझते गया कि ये बड़ी तगड़ी शक्ति वाले हैं, तो गल दूजे ढंग नाल करदा है, थोड़ी नाराज़गी भी है। कहंदे तुसीं मेरा चलिया क्यों तोड़िया, तुहाडे कोल शक्ति सी, किहड़ी शक्ति लैके आए हो। मेरा 40 दिन का चलिया सी, तुसी मैनू क्यों रोकया है, विघन क्यों पाया। कहते तुहाडी मंशा गलत है, मंशा बहुत गलत, जोगी बहुत गलत है, तुसी की करना चाहते हो। कहते मैं सियालकोट नूं गर्क करना चाहता सी, इत्थे कोई चंगा मनुख है ही नहीं। कहते देखो इधर बंदे मुकरदे हैं, एक खत्री जिन्हों मैं वर दे के बच्चा दिता, पुत्र दिता, उन्हें मैनू इनकार करता। मैं शर्त रखी सी पुत्र मैनू देना, पहला नहीं दिता उन्हें। कहते का मतलब गुरु नानक देव जी कहते सारा नगर ही गलत है। कहते हाँ, इत्थे कोई चंगा है ही नहीं। गुरु नानक देव जी कहते जे मैं तेनों दिखा लदा जोगी, इत्थे चंगे भी है, मंदे भी है, हर प्रकार के लोग हैं, दिखा दिए। जोगी कहता दिखाओ जी, फिर कौन है चंगा। मरदाना जी नूं 2 टक्के दिते, 2 टक्के गुरु नानक देव जी, एक कागज़ का रुक्का दिता, और रुक्के ते लिख के दिता कि 1 टके का झूठ, 1 टके का सच खरीद के लियाओ, मैनू ये चाहिए 2 टके का। हुण मरदाना जी लंघ गए, कागज़ लैके ते 2 टके लैके। पहले किसी पंसारी कोल गए कि 1 टके का सच तो 1 का झूठ दे देगा। पंसारी कहता ये तो मैं पहली बार सुनी है गल, हाँ राशन पानी चीनी सौदा दाल फुलका जो लैना ले लो, और कुछ नहीं मिलेगा साढ़े। मरदाना जी अगे वो दुकान से गए, अगे कपड़े वाला सी, कपड़े वाले को पुछना किता भाई 1 टके का सच तो 1 टके का झूठ दे दे ना, अंकार कपड़ा ले लो, ये गल नहीं मिलेगी इधरों। मरदाना जी ने अपने दोनों टके चक्के थे चल पे, सारे शहर फिर ले, पर कितने ये सौदा नहीं मिल रहा। मरदाना जी भी कहते भेजन वाले भी कमाल दे, पता नहीं कैसी पदार्थ वस्तु मेरे को खरीदन नूं कहती, मैनू कित्ते कित्ते कोई मिलता ही नहीं व्यापारी, कित्थे मिले। एक सच्चा व्यापारी उस नगर खतरी बैठा, एक
ਉਹਦੇ ਕੋਲ ਜਦੋਂ ਪਹੁੰਚੇ ਨਾ, ਜਦੋਂ ਮਰਦਾਨਾ ਸਾਹਿਬ ਅੱਜ 2 ਟੱਕੇ ਰੱਖੇ ਹਨ, ਕਾਗਜ਼ ਦਾ ਰੁੱਕਾ ਰੱਖਿਆ ਹੈ। ਉਸ ਵਪਾਰੀ ਨੇ ਪੜ੍ਹਿਆ ਜਦੋਂ, ਕਹਿੰਦੇ ਹਾਂ ਮੇਰੇ ਕੋਲ ਇਹ ਗੱਲ ਹੈਗੀ। ਉਸ ਕਾਗਜ਼ ਤੇ ਲਿਖਿਆ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਲ ਹੀ 2 ਟੱਕੇ ਰੱਖ ਲਏ, ਕਾਗਜ਼ ਦਾ ਰੁੱਕਾ ਮਰਦਾਨੇ ਨੂੰ ਦੇਤਾ। ਮਰਦਾਨਾ ਜੀ ਸੋਚਦੇ ਹਨ ਭੇਜਣ ਵਾਲੇ ਵੀ ਕਮਾਲ ਦੇ ਹਨ ਤੇ ਅੱਗੇ ਜਿਹਨੇ ਖਰੀਦਦਾਰੀ ਕੀਤੀ ਹੈ ਉਹ ਵੀ ਕਮਾਲ ਦਾ। ਮੈਨੂੰ ਤਾਂ ਸਮਝ ਨਹੀਂ ਆਈ। ਕਾਗਜ਼ ਦਾ ਰੁੱਕਾ ਵਾਪਸ ਫੜਾਤਾ, 2 ਟੱਕੇ ਵੀ ਰੱਖ ਲਏ। ਖੈਰ ਮਰਦਾਨਾ ਜੀ ਵਾਪਸ ਆ ਗਏ। ਗੁਰੂ ਨਾਨਕ ਦੇਵ ਜੀ ਨੂੰ ਰੁੱਕਾ ਦੇਣ ਲੱਗੇ। ਨਾਨਕ ਸਾਹਿਬ ਇਸ਼ਾਰਾ ਕਰਦੇ, ਇਸ ਨੂੰ ਦੇ, ਇਸ ਜੋਗੀ ਨੂੰ ਫੜਾ, ਦਿਖਾ ਕਿ ਚੰਗੇ ਬੰਦੇ ਹੈ ਕਿ ਨਹੀਂ ਹੈ। ਜੋਗੀ ਨੇ ਪਰਚਾ ਪੜ੍ਹਿਆ ਤੇ ਉੱਪਰ ਪੜ੍ਹਿਆ 1 ਟਕੇ ਦਾ ਸੱਚ, 1 ਟਕੇ ਦਾ ਝੂਠ। ਉਹ ਕੀ ਹੁੰਦਾ ਹੈ ਖਰੀਦਣਾ ਸੀ ਨਾ, ਰੁੱਕੇ ਦੇ ਉੱਪਰ ਲਿਖਿਆ ਸੀ, ਥੱਲੇ ਲਿਖਿਆ ਸੀ ਉੱਤਰ, ਕਹਿੰਦੇ ਮਰਨਾ ਸੱਚ ਤੇ ਜਿਉਣਾ ਝੂਠ ਹੈ। ਜੋਗੀ ਵੀ ਹੈਰਾਨ ਹੋ ਗਿਆ, ਕਮਾਲ ਹੈ, ਇੰਨੀ ਸਿਆਣੀ ਗੱਲ ਲਿਖਤੀ ਇਹਨੇ। ਮਰਨ ਝੂਠ ਮੰਨਿਆ, ਮਰਨ ਨੂੰ ਸੱਚ ਮੰਨਿਆ ਇਹਨੇ ਕਿ ਇੱਕ ਦਿਨ ਅੱਗੇ ਜਾਣਾ ਹੈ, ਗਲਤ ਕੰਮ ਨਹੀਂ ਕਰਨੇ ਚਾਹੀਦੇ। ਮਰਨੇ ਨੂੰ ਸੱਚ ਦੀ ਨਿਆਈ ਮੰਨਿਆ ਹੈ ਤੇ ਜੀਣੇ ਨੂੰ ਝੂਠ ਮੰਨਿਆ ਹੈ। ਕਿਉਂਕਿ ਇਹ ਦੇਖੋ ਅਸੀਂ ਜੀ ਰਹੇ ਹਾਂ, ਪਰ ਸੱਚਾਈ ਇਹ ਹੈ ਕਿ ਅਸੀਂ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ, ਇਹ ਸੱਚ ਹੈ। ਪਰ ਕਿੱਥੇ ਜਾਣਾ ਹੈ ਮਰ ਕੇ ਉਹ ਸਾਨੂੰ ਨਹੀਂ ਪਤਾ। ਕਿਸੇ ਜੂਨੀ ਵਿੱਚ ਜਾਣਾ ਹੈ, ਸੱਚਖੰਡ ਜਾਣਾ ਹੈ, ਸੰਤਾਂ ਦੇ ਕੋਲ ਜਾਣਾ ਹੈ, ਕਿੱਥੇ ਜਾਣਾ ਹੈ, ਸਵਰਗਾਪੁਰੀ ਜਾਣਾ ਹੈ। ਇਹ ਤਾਂ ਸਾਡੇ ਕਰਮ ਜਾਂ ਲੇਖ ਹੀ ਦੱਸਣਗੇ ਨਾ। ਹੁਣ ਉਹ ਜੋਗੀ ਵੀ ਕਹਿੰਦਾ ਇੰਨੀ ਤਪੱਸਿਆ ਕਰਕੇ ਮੈਨੂੰ ਵੀ ਇਹ ਸੋਚੀ ਨਹੀਂ ਸੀ ਜੋ ਇਹ ਸਿਆਲਕੋਟ ਦੇ ਇਸ ਵਪਾਰੀ ਨੇ ਲਿਖ ਕੇ ਦਿੱਤੀ। ਗੁਰੂ ਨਾਨਕ ਦੇਵ ਜੀ ਨੂੰ ਹੱਥ ਜੋੜਤੇ ਜੋਗੀ ਨੇ, ਕਹਿੰਦੇ ਸੱਚੀ ਮੁੱਚੀ ਮੇਰੀ ਸੋਚ ਗਲਤ ਸੀ। ਸਿਆਲਕੋਟ ਦੇ ਅੰਦਰ ਚੰਗੇ ਬੰਦੇ ਵੀ ਰਹਿੰਦੇ ਹਨ ਤੇ ਮੰਦੇ ਵੀ ਰਹਿੰਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮੇਰੀ ਗਲਤ ਸੋਚ ਕਰਕੇ ਮੈਂ ਸਾਰੇ ਸਿਆਲਕੋਟ ਨੂੰ ਗਰਕ ਕਰਨ ਵਾਲਾ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਬਸ ਤੁਹਾਨੂੰ ਇਹੀ ਮਤ ਦੇਣਾ ਸੀ, ਜੋਗੀ ਜੀ ਤੁਹਾਡੇ ਕੋਲ ਸ਼ਕਤੀਆਂ ਵੀ ਹਨ, ਰਿੱਧੀਆਂ ਸਿੱਧੀਆਂ ਵੀ ਹਨ, ਦਰਗਾਹ ਦੀ ਗੱਲਾਂ ਹਨ, ਪਰ ਤੁਸੀਂ ਉਪਯੋਗ ਬੜਾ ਗਲਤ ਕਰਨ ਲੱਗੇ ਸੀ, ਕਿਸੇ ਦਾ ਬੁਰਾ ਸੋਚ ਰਹੇ ਸੀ। ਇਹ ਕੰਮ ਸਿੱਖ ਦਾ ਨਹੀਂ ਹੈ ਕਿ ਕੋਈ ਸਿੱਖ ਜਪ ਤਪ ਕਰੇ, ਪਾਠ ਕਰੇ ਔਰ ਕਿਸੇ ਦਾ ਬੁਰਾ ਸੋਚ ਕੇ ਉਹਦੀ ਅਰਦਾਸ ਕਰ ਦੇ ਕਿ ਇੰਨੇ ਪਾਠ ਮੈਂ ਕਰਕੇ ਇਹ ਕਰ ਸੋਚਦਾ ਕਿ ਇਹਦਾ ਨੁਕਸਾਨ ਹੋ ਜਾਵੇ। ਇਹ ਸਿੱਖ ਦੀ ਕਦੀ ਮਾੜੀ ਇੰਨੀ ਸੋਚ ਨਾ ਹੋਵੇ। ਹਾਂ, ਮਨ ਕਰਕੇ ਦਇਆ ਕਰਨੀ ਸ਼ੁਰੂ ਕਰ ਦੇ। ਕਿਸੇ ਉੱਪਰ ਪੈਸੇ ਵਾਲੀ ਦਇਆ ਕਈ ਨਹੀਂ ਕਰ ਸਕਦੇ, ਕਿਸੇ ਕੋਲ ਮਾਇਆ ਥੋੜੀ ਹੁੰਦੀ ਹੈ। ਮਨ ਕਰਕੇ ਦਇਆ, ਇਹ ਵੀ ਤੁਸੀਂ ਸੁਣ ਕੇ ਹੈਰਾਨ ਹੋ ਗਏ। ਮਨ ਕਰਕੇ ਦਇਆ ਕੀ ਹੁੰਦੀ ਹੈ? ਮੈਂ ਤੁਹਾਨੂੰ ਥੋੜਾ ਖੋਲਣਾ, ਮਨ ਕਰਕੇ ਦਇਆ ਕੀ ਹੁੰਦੀ। ਮੰਨ ਲਓ ਕੋਈ ਬੰਦਾ ਬਿਮਾਰ ਹੈ, ਠੀਕ ਹੈ, ਹੁਣ ਉਸ ਬਿਮਾਰ ਬੰਦੇ ਨੂੰ ਕੋਈ ਦਵਾਈ ਨਹੀਂ ਲੱਗ ਰਹੀ, ਤੁਸੀਂ ਉਹਦੇ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋ, ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਤੇ ਪਰਮਾਤਮਾ ਨੂੰ ਅਰਦਾਸ ਕਰ ਰਹੇ ਹੋ, ਪਰਮਾਤਮਾ ਉਹ ਬੰਦਾ ਠੀਕ ਠਾਕ ਹੋ ਜਾਵੇ, ਖੁਸ਼ਹਾਲ ਹੋ ਜਾਵੇ। ਇਹ ਮਨ ਕਰਕੇ ਦਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਵੀ ਬੰਦਾ ਸਤਸੰਗਤ ਵਿੱਚ ਨਹੀਂ ਆ ਰਿਹਾ, ਮੰਨ ਲਓ ਉਹ ਹੋਰ ਕੰਮ ਵਿੱਚ ਬੜਾ ਹੁਸ਼ਿਆਰ ਹੈ, ਦੁਨਿਆਵੀ ਕਿਰਤ ਬਹੁਤ ਚੰਗੀ ਕਰਦਾ ਹੈ, ਲੋਕਾਂ ਨਾਲ ਦੁਨੀਆਦਾਰੀ ਵੀ ਚੰਗੀ ਕਰ ਲੈਂਦਾ ਹੈ, ਕੰਮ ਧੰਦੇ ਵੀ ਚੰਗੇ ਕਰ ਰਿਹਾ ਹੈ, ਪਰ ਸੰਗਤ ਵਿੱਚ ਨਹੀਂ ਆ ਰਿਹਾ। ਮੇਨ ਗੱਲ ਹੈ ਸੰਗਤ। ਪਾਠ ਨਹੀਂ ਕਰਦਾ, ਸੰਤਾਂ ਦੀ ਸੰਗਤ ਨਹੀਂ ਕਰਦਾ। ਹੁਣ ਤੁਸੀਂ ਮਨ ਕਰਕੇ ਦਇਆ ਕਰ ਸਕਦੇ ਹੋ ਬਿਨਾਂ ਪੈਸੇ ਲੱਗੇ, ਦੱਸੋ ਕਿ
ਉਹਦੇ ਬਾਰੇ ਅਰਦਾਸ ਕਰੋ ਮਨ ਵਿੱਚ ਕਿ ਆਪ ਤੇ ਜੁੜੇ ਹਾਂ ਭਾਈ, ਇਹ ਪਰਮਾਤਮਾ ਉਸ ਗਰੀਬ ਨੂੰ ਵੀ ਸਤਸੰਗਤ ਦੇ ਵਿੱਚ ਲੈ ਆਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਗਰੀਬ ਦੇ, ਕਿਉਂਕਿ ਉਹ ਗਰੀਬ ਹੈ, ਭਾਵੇਂ ਉਹ ਪੈਸੇ ਵਾਲਾ ਹੈ, ਪਰ ਸੰਸਾਰ ਨਿਰਧਨ ਮੰਨਿਆ ਗਿਆ ਨਾਮ ਤੋਂ ਬਿਨਾਂ। ਉਹਦੇ ਵਰਗਾ ਵਿਚਾਰਾ ਤੇ ਗਰੀਬ ਨਹੀਂ ਜਿਹਨੂੰ ਸਤਸੰਗਤ ਨਹੀਂ ਮਿਲੀਆਂ। ਇਸ ਕਰਕੇ ਮਨ ਕਰਕੇ ਦਿਆ ਕਰੋ, ਉਹਨੂੰ ਵੀ ਜੋੜੋ, ਉਹਨੂੰ ਵੀ ਸਤਸੰਗਤ ਦੇ ਵਿੱਚ ਆਉਣ ਦੀ ਪ੍ਰੇਰਨਾ ਕਰੋ, ਨਾਮ ਦੀ ਕਥਾ ਸੁਣਾਓ, ਬਾਣੀ ਨਾਲ ਜੋੜੋ। ਇਸ ਤੋਂ ਵੱਡਾ ਪੁੰਨ ਕੀ ਹੋਏਗਾ? ਕਿਸੇ ਨੂੰ ਜੋੜਨ ਵਰਗਾ ਪੁੰਨ ਨਹੀਂ। ਬਾਬਾ ਨੰਦ ਸਿੰਘ ਜੀ ਕਹਿੰਦੇ ਤੇ ਕਿਸੇ ਇੱਕ ਨੂੰ ਜੇ ਤੋੜ ਦਿੰਦੇ ਹੋ ਉਹਦੇ ਵਰਗਾ ਪਾਪ ਵੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੋਨੋਂ ਗੱਲਾਂ ਹੈ, ਕਿਸੇ ਨੂੰ ਤੋੜਨਾ ਵੀ ਨਹੀਂ ਹੈ। ਜੋੜੋ, ਜੋੜ ਸਕੇ ਜੋੜ ਦੋ, ਕਿਸੇ ਦਾ ਭਲਾ ਕਰ ਦੋ, ਜੋੜੀ ਜਾਓ ਸੰਗਤ। ਮਨ ਕਰਕੇ ਦਇਆ ਦਾ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਬੱਚੇ ਉੱਪਰ ਦਇਆ। ਤੁਸੀਂ ਆਪਣੇ ਬੱਚਿਆਂ ਤੇ ਦਇਆ ਕਰ ਸਕਦੇ ਹੋ। ਇਹ ਵਾਲੀ ਕਿੱਦਾਂ? ਬੱਚਿਆਂ ਉੱਪਰ ਦਇਆ ਕਿਵੇਂ ਹੁੰਦੀ ਹੈ? ਆਪਣੇ ਹੋਰਾਂ ਦੇ ਬੱਚਿਆਂ ਵਾਸਤੇ, ਆਪਣੇ ਬੱਚਿਆਂ ਵਾਸਤੇ। ਇੱਕ ਬੱਚਾ ਬੜਾ ਹੀ ਗੁਰਮੁਖ ਪਿਆਰਾ ਸੀ, ਇਹ ਸੱਚੀ ਘਟਨਾ ਹੈ। 24-25 ਸਾਲ ਦੀ ਉਮਰ ਹੋ ਗਈ, ਖੁੱਲਾ ਦਾੜਾ, ਅੰਮ੍ਰਿਤ ਵੇਲੇ ਜਾਗਦਾ, ਨਿਤਨੇਮੀ ਬੱਚਾ, ਪੜ੍ਹਾਈ ਵਿੱਚ ਅਵਲ, MA CA ਪੜ੍ਹਿਆ ਬੱਚਾ, ਵਿਦੇਸ਼ਾਂ ਦੇ ਜਾਣ ਦਾ ਵੀ ਉਹਦਾ ਚਾਂਸ ਬਣਿਆ ਪਿਆ। ਅੱਜ ਉਹ ਮੱਥਾ ਟੇਕਣ ਇੱਕ ਸੰਤਾਂ ਕੋਲ ਆਇਆ, ਸੰਤਾਂ ਕੋਲ, ਤੇ ਸੰਤ ਉਸ ਪਰਿਵਾਰ ਨਾਲ ਜੁੜੇ ਹੋਏ ਸੀ। ਉਹਦੇ ਬਾਪ ਨੂੰ ਵੀ ਜਾਣਦੇ ਸੀ, ਪਿਓ ਨੂੰ ਵੀ ਜਾਣਦੇ ਸੀ, ਮਾਂ ਨੂੰ ਵੀ। ਸੰਤਾਂ ਨੇ ਵਚਨ ਕੀਤੇ, ਕਾਕਾ ਤੂੰ ਬਹੁਤ ਚੰਗਾ ਹੈ, ਪਰ ਕਈ ਵਾਰੀ ਆਪਣੇ ਚੰਗੇ ਹੋਣ ਦਾ ਵੀ ਮਾਣ ਹੋਮੇ ਆ ਜਾਂਦੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੱਦਾਂ? ਕੋਈ ਚੰਗਾ ਕੰਮ ਬੀਜ ਲੈਂਦੇ ਹੈ ਬੰਦਾ, ਬੀਜਣਾ ਆਸਾਨ ਹੈ, ਕਰਮ ਬਣਾ ਲੈਂਦਾ, ਫਿਰ ਉਸ ਤੋਂ ਬਾਅਦ ਉਹਨੂੰ ਝੇਲ ਨਹੀਂ ਪਾਉਂਦਾ, ਉਸ ਚੰਗੇ ਕਰਮ ਨੂੰ ਮਤਲਬ ਕਾਬੂ ਨਹੀਂ ਕਰ ਸਕਦਾ, ਉਹਨੂੰ ਯਕਦਮ ਬਕ ਦਿੰਦਾ ਹੈ, ਜਾਂ ਕਿਸੇ ਨਾਲ ਸਾਂਝਾ ਕਰ ਦੇਣਾ ਸ਼ੁਰੂ ਹੁੰਦਾ, ਜਾਂ ਹੋਮੇ ਕਰ ਜਾਂਦਾ। ਇਹ ਵੀ ਕਰਮ ਧਰਮ ਤੇ ਚੰਗੇ ਕਰ ਜਾਂਦਾ, ਪਰ ਫਿਰ ਉਹ ਹੰਕਾਰ ਕਰ ਜਾਂਦਾ। ਇਹ ਮਾੜੀ ਗੱਲ। ਉਹ ਕਹਿੰਦੇ ਕਾਕਾ ਤੂੰ ਚੰਗਾ ਬਹੁਤ ਹੈ, ਪਰ ਤੂੰ ਹੋਮੇ ਨਾ ਕਰ ਲਈ ਕਿ ਮੈਂ ਇੰਨਾ ਚੰਗਾ, ਮੈਂ ਨਾ ਹੁਸ਼ਿਆਰ ਹਾਂ। ਤੈਨੂੰ ਪਤਾ ਹੈ ਤੇਰੇ ਇਸ ਦਾ ਰਾਜ ਕੀ ਹੈ? ਕਹਿੰਦੇ ਮੈਂ ਤੇਰੇ ਪਾਪਾ ਨੂੰ ਜਾਣਦਾ, ਪਿਓ ਨੂੰ ਵੀ ਜਾਣਦਾ। ਸੰਤ ਕਹਿੰਦੇ, ਗੁਰਮੁਖ ਪਿਆਰੇ ਕਹਿੰਦੇ ਮੈਂ ਤੇਰੇ ਪਿਓ ਨੂੰ ਜਾਣਦਾ। ਇੱਕ ਚੰਗੇ ਕੰਮ ਦੇ ਪਿੱਛੇ ਤੇਰੇ ਪਿਓ ਦੀ ਅਰਦਾਸ ਛੁਪੀ ਹੋਈ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰਾ ਪਿਓ ਪੈਰੋਂ ਨੰਗੇ ਗੁਰਦੁਆਰੇ ਸਾਹਿਬ ਜਾਂਦਾ ਸੀ, ਨਿਸ਼ਾਨ ਸਾਹਿਬ ਤੇ ਇੱਕੋ ਅਰਦਾਸ ਕਰਦਾ ਸੀ, ਹੇ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲਿਆ, ਜੇ ਤੂੰ ਤਰੁੱਠ ਹੈ ਤੇ ਮੇਰੇ ਬੱਚੇ ਨੂੰ 3 ਗੱਲਾਂ ਦੇ ਦੀ। 3 ਗੱਲਾਂ ਮੰਗਦਾ ਸੀ। ਪਹਿਲਾ, ਇਹਦੇ ਉੱਪਰ ਕੋਈ ਕਲਯੁਗ ਦਾ ਪ੍ਰਭਾਵ ਨਾ ਆਵੇ। ਕਲਯੁਗ ਬੜਾ ਮਾੜਾ ਹੈ, ਇਹਦਾ ਪ੍ਰਭਾਵ ਹੀ ਬੁਰਾ ਹੈ। ਦੂਜੀ ਅਰਦਾਸ ਕਰਦਾ ਸੀ ਕਿ ਇਹਨੂੰ ਕੁਸੰਗਤ ਨਾ ਮਿਲੇ ਪੂਰੀ ਜ਼ਿੰਦਗੀ। ਮਾੜੀ ਸੰਗਤ ਸਾਡੇ ਕਰਮ ਬਦਲ ਸਕਦੀ ਨੇ। ਖਾਣ ਪੀਣ ਵਾਲੇ ਯਾਰੀਆਂ ਦੋਸਤੀਆਂ ਹੋਰ ਫਲਾਣੀ ਗੱਲਾਂ ਇਹ ਵਿਗਾੜਦੀਆਂ ਹੈ। ਕਹਿੰਦੇ ਇਹਨੂੰ ਸੰਗਤ ਬਖਸ਼ਣਾ, ਕੁਸੰਗਤ ਨਾ ਬਖਸ਼ਣਾ। ਤੇਰਾ ਪਿਓ ਇਹ ਅਰਦਾਸ ਕਰਦਾ। ਤੀਜਾ, ਕਲਗੀਆਂ ਵਾਲੇ ਪਿਤਾ, ਇਹਦੀ ਸਿੱਖੀ ਸਰੂਪ ਜਦ ਤੱਕ ਇਹ ਮੇਰਾ ਮੁੰਡਾ ਸਵਾਸ ਨਾ ਛੱਡੇ, ਕਦੀ ਆਪਣੀ ਸਿੱਖੀ ਮਰਿਆਦਾ ਨੂੰ ਨਾ ਭੁੱਲੇ, ਆਪਣੇ ਰੋਮਾਂ ਦੀ ਬੇਦਬੀਆਂ ਨਾ ਕਰੇ, ਗੁਰੂ ਤੋਂ ਬੇਮੁਖ ਨਾ ਹੋਵੇ। ਇਹ ਚੰਗੀ ਅਰਦਾਸ। ਦੇਖੋ ਇਹਨੂੰ ਦਇਆ ਹੀ ਕਹਿੰਦੇ ਆ, ਦਇਆ ਕਰ ਰਿਹਾ ਇੱਕ ਪਿਓ ਆਪਣੇ ਬੱਚੇ ਦੇ ਉੱਪਰ। ਚੌਥਾ, ਜਿੱਧਰ ਵੀ ਜਾਵੇ ਇਹ ਹਰ ਜਗ੍ਹਾ ਕਾਮਯਾਬੀ ਦੀ ਸੀੜੀ ਫੜ ਲੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਦੱਸ ਤੂੰ ਆਪਣੀ ਮਿਹਨਤ ਨਾਲ ਖੜਾ ਹੋਇਆ ਕਿ ਤੇਰਾ ਪਿਓ ਹੈ ਤੇਰੀ ਗੱਲਾਂ ਦੇ ਪਿੱਛੇ? ਉਹ ਪੁੱਤਰ ਰੋ ਪਿਆ, ਕਹਿੰਦੇ ਸੱਚ ਦੱਸਿਆ ਮਹਾਂਪੁਰਸ਼ੋ, ਮੈਨੂੰ ਭੁਲੇਖਾ ਪੈ ਜਾਣਾ ਸੀ ਕਿ ਮੇਰੀ ਹੁਸ਼ਿਆਰੀ ਕਰਕੇ ਮੈਂ ਇੰਨਾ ਚੰਗਾ ਹਾਂ ਤੇ ਇੰਨੀ ਤਰੱਕੀ ਕਰ ਜਾਵਾਂਗਾ, ਪਰ ਨਹੀਂ, ਮੇਰੇ ਬਾਪ ਦੀ ਮਿਹਨਤ ਹੈ ਸਾਰੀ, ਤਾਂ ਉਹਦੀ ਅਰਦਾਸ ਹੈ ਜਿਹਦੇ ਕਰਕੇ ਮੈਂ।
ਇਹ ਹੈ ਦਇਆ। ਇਹ ਤੁਸੀਂ ਆਪਣੇ ਬੱਚਿਆਂ ਦੇ ਵਾਸਤੇ ਇਹ ਅਰਦਾਸਾਂ ਕਰਨੀ ਸ਼ੁਰੂ ਕਰ ਦਿਓ ਚੰਗੀਆਂ, ਜੇ ਮਨ ਕਰਕੇ ਦਇਆ ਕਰਨੀ, ਇਹ ਮੰਗੋ। ਦੇਖੋ ਫਿਰ ਬੱਚੇ ਕਿਹੜੀ ਸੀੜੀ ਫੜਦੇ ਹਨ, ਕਿਸ ਤਰ੍ਹਾਂ ਇਹਨਾਂ ਦਾ ਭਲਾ ਹੁੰਦਾ ਹੈ, ਕਿਸ ਤਰ੍ਹਾਂ ਤੁਹਾਡੀ ਆਉਣ ਵਾਲੀ ਕੁੱਲਾਂ ਵੀ ਸਿੱਖੀ ਦੇ ਨਾਲ ਜੁੜ ਕੇ ਤੇ ਨਾਮ ਜਪਦੀਆਂ ਹਨ ਤੇ ਕੰਮ ਵੀ ਕਰਦੀਆਂ ਹਨ। ਚੰਗੇ ਕੰਮ ਦੇ ਪਿੱਛੇ, ਦਇਆ ਦੇ ਪਿੱਛੇ ਇਹ ਜਿਹੜਾ ਛੋਟਾ ਜਿਹਾ ਪਰਦਾ ਮੈਂ ਦਾ ਇਹ ਦੂਰ ਹੋ ਜਾਵੇ ਨਾ, ਤੇ ਫਿਰ ਸਮਝੋ ਉਸ ਦਿਨ ਤੋਂ ਜਪ ਤਪ ਬੜੀ ਤੇਜ਼ੀ ਨਾਲ ਪ੍ਰਫੁੱਲਿਤ ਹੁੰਦਾ ਹੈ। ਚੌਗਨ ਕਰੇ ਨਿਹਾਲ, ਗੁਰੂ ਜੀ ਕਹਿੰਦੇ 4 ਗੁਣਾ ਵੱਧ ਦੇਵਾਂਗਾ, ਪਰ ਇਹ ਨਿਯਮ, ਇਹ ਮਰਿਆਦਾ ਰੱਖ ਲਈ ਭਾਈ, ਫਿਰ ਦੇਖ ਤੇਰਾ ਬੀਜਿਆ ਦਿਨ ਬਰ ਦਿਨ ਵਧਣਾ ਸ਼ੁਰੂ ਹੋ ਜਾਏਗਾ, ਕੱਟੇਗਾ ਨਹੀਂ। ਆਓ ਅੱਜ ਦੀ ਕਥਾ ਇੱਥੇ ਹੀ ਸਮਾਪਤੀ ਹੈ। ਸਾਰੇ ਨਾਮ ਜਪੋ, ਕੱਲ ਫਿਰ ਗੁਰੂ ਜੀ ਸੇਵਾ ਲੈਣ। ਵਾਹਿਗੁਰੂ 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 ਵਾਹਿਗੁਰੂ।